ਜਿਗਰ ਜੀਆ ਤੂੰ ਜ਼ਿੰਦਗੀ ਲੋੜਦਾ ਏ, ਪਰ ਉਪਕਾਰ ਦੇ ਲਈ ਹਲਾਕ ਹੋ ਜਾ। ਲਾਹ ਕੇ ਦੁਈ ਦਵੈਤ ਦੀ ਮੈਲ ਦਿਲ ਤੋਂ ਮਾਣ ਤਾਣ ਛੱਡ ਕੇ ਹੌਲਾ ਕਾਗ ਹੋ ਜਾ। ਜੁਗਤੀ ਨਾਲ ਮੁਕਤੀ ਹੀਰ ਲੈਣ ਬਦਲੇ, ਚੌਧਰ ਪੁਣਾ ਤਿਆਗ ਕੇ ਤਿਆਗ ਹੋ ਜਾ। ਪਲਕਾਂ ਉੱਪਰ ਬਿਠਾਉਣਗੇ ਲੋਕ ਤੈਨੂੰ, ਗੁਰੂ ਨਾਨਕ ਦੇ ਚਰਨਾਂ ਦੀ ਖਾਕ ਹੋ ਜਾ। ਗੁਰੂ ਨਾਨਕ ਦੇ ਚਰਨਾਂ ਦੀ ਖਾਕ ਹੋ ਜਾ। ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰਾ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰਾ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰਿਆਂ ਦਾ। ਤੂੰ ਸ੍ਰਿਸ਼ਟੀ ਦਾ ਮਾਲਕ ਚੁੱਕ ਲਈ ਕਲਮ ਤੇਰਾ ਪਰਵਾਸਾ, ਜਲਾਂ ਤਲਾਂ ਬ੍ਰਹਿਮੰਡਾਂ ਦੇ ਵਿੱਚ ਹਰ ਥਾਂ ਤੇਰਾ ਵਾਸਾ। ਨੀ ਪਾ ਦੇ ਆਸਾਂ ਵਾਂਗ ਬਬੀਹੇ ਲਾਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ। ਤੂੰ ਸ੍ਰਿਸ਼ਟੀ ਦਾ ਮਾਲਕ ਚੁੱਕ ਲਈ ਕਲਮ ਤੇਰਾ ਪਰਵਾਸਾ, ਜਲਾਂ ਤਲਾਂ ਬ੍ਰਹਿਮੰਡਾਂ ਦੇ ਵਿੱਚ ਹਰ ਥਾਂ ਤੇਰਾ ਵਾਸਾ। ਮਿਹਰ ਦੀ ਪਾ ਦੇ ਆਸਾਂ ਵਾਂਗ ਬਬੀਹੇ ਲਾਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ। ਰਾਤ ਦਿਵਸ ਦੇ ਗੇੜੇ ਅੰਦਰ, ਰਾਤ ਦਿਵਸ ਦੇ ਗੇੜੇ ਅੰਦਰ ਔਦ ਬੀਤਦੀ ਜਾਵੇ, ਵਿੱਚ ਤਮੰਨਾ ਜੀਵਨ ਨਈਆ ਡੱਕੋ ਡੋਲੇ ਖਾਵੇ। ਮਨ ਦੀ ਪੱਤ ਚੜ ਹਰੀ ਨਾ ਹੋਈ ਕਈ ਰੁੱਤਾਂ ਜਾ ਆਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ। ਵਿਸ਼ੇਵਕਾਰਾਂ ਵੱਲੋਂ ਹਟ ਕੇ, ਵਿਸ਼ੇਵਕਾਰਾਂ ਵੱਲੋਂ ਹਟ ਕੇ ਟਿਕ ਜੇ ਸੁਰਤ ਟਿਕਾਣੀ, ਮਨ ਤੂੰ ਜੋਤ ਸਰੂਪ ਹੈ ਜੇਕਰ ਆਪਣਾ ਮੂਲ ਪਛਾਣੀ। ਰਹਿਮਤ ਦੀ ਕਰ ਵਰਖਾ ਕਲੀਆਂ, ਰਹਿਮਤ ਦੀ ਕਰ ਵਰਖਾ ਕਲੀਆਂ, ਖਿੜ ਜਾਵਣ ਕੁਮਲਾਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ। ਵਿੱਚ ਭਲੇਖੇ ਦੁਨੀਆ ਪਿੱਛੇ ਵਿੱਚ ਭਲੇਖੇ ਦੁਨੀਆ ਪਿੱਛੇ ਲੱਗ ਕੇ ਦੀਨ ਗਵਾਇਆ, ਦੁਨੀਆ ਵਾਲੇ ਮਿੱਤ ਬਣੇ ਨਾ ਧਰਮ ਗਿਆ ਨਾ ਆਇਆ। ਬੁਰਿਆਂ ਦੇ ਸੰਗ ਰਹੇ ਜਰਾਨੇ ਨਾ ਖੱਟੀਆਂ ਚੰਗਿਆਈਆਂ, ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ। ਸਦਨੇ ਨੂੰ ਤੂੰ ਭਗਤ ਬਣਾ ਲਿਆ, ਸਦਨੇ ਨੂੰ ਤੂੰ ਭਗਤ ਬਣਾ ਲਿਆ, ਨਿਤ ਜੀਵ ਜੋ ਕੋਵੇ ਗਣਕਾਂ ਵਰਗੀ ਪਾਪਣ ਤਲ ਜੇ ਮਿਹਰ ਜੇ ਤੇਰੀ ਹੋਵੇ। ਧੰਨੇ ਜਗ ਨੂੰ ਹੋ ਗਏ ਦਰਸ਼ਨ
ਰੀਤਾਂ ਪਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ ਯੂਸਫ ਵਰਗੇ ਹੁਸਨ ਵਪਾਰੀ ਯੂਸਫ ਵਰਗੇ ਹੁਸਨ ਵਪਾਰੀ ਅੱਡੀ ਮੁੱਲ ਪਵਾਉਣਾ ਤਖਤਾਂ ਵਾਲੇ ਮੰਗਦੇ ਵੇਖੇ ਨਜ਼ਰਾਂ ਜਦੋਂ ਪਵਾਉਣਾ ਅਕਲਾਂ ਵਾਲੇ ਲਿਖ ਨਹੀਂ ਸਕਦੇ ਤੇਰੀਆਂ ਬੇਪਰਵਾਹੀਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ ਤੇਰੀ ਕੁਦਰਤ ਹੁਕਮ ਤੇਰੇ ਵਿੱਚ ਤੇਰੀ ਕੁਦਰਤ ਹੁਕਮ ਤੇਰੇ ਵਿੱਚ ਕੀ ਰਚੇ ਨਜ਼ਾਰੇ ਜੰਗਲ ਜੂਹਾਂ ਪਰਬਤ ਬੇਲੇ ਥਾਲ ਗਗਨ ਵਿੱਚ ਤਾਰੇ ਤੇ ਤਵਾਰ ਦੀ ਸਮਝ ਨਾ ਆਵੇ ਬਣਤਾ ਕਦੋਂ ਬਣਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ ਜੀਵਨ ਮਰਨਾ ਖੇਡ ਦਿਸੇ ਇੱਕ ਜੀਵਨ ਮਰਨਾ ਖੇਡ ਦਿਸੇ ਇੱਕ ਡਰ ਨਾ ਮੌਤ ਤੋਂ ਲੱਗੇ ਚਿੰਤ ਕਲੈਣੀ ਠਗਣੀ ਬਣ ਬਣ ਹਾਸਿਆਂ ਨੂੰ ਨਾ ਠੱਗੇ ਓ ਨੂਰ ਤੇਰੇ ਦੀਆਂ ਹਿਰਦੇ ਦੇ ਵਿੱਚ ਹੋ ਜਾਵਣ ਰੁਸ਼ਨਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ ਆਖੋ ਮਿੱਠੀ ਬਣ ਜਾਏ ਬੋਲੀ ਆਖੋ ਮਿੱਠੀ ਬਣ ਜਾਏ ਬੋਲੀ ਰਸ ਰਸਨਾ ਵਿੱਚ ਭਰ ਦੇ ਸ਼ਹਿਰੀ ਪੁਰਨੇ ਪੁਰਨ ਦਮਾਗੋਂ ਐਸੀ ਕਿਰਪਾ ਕਰ ਦੇ ਮਿਹਰ ਤੇਰੀ ਨਾਲ ਗੁੰਗਿਆ ਕੋਲੋਂ ਗੀਤਾ ਜਾਣ ਸੁਣਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ ਆਨੰਦ ਲਹਿਰ ਵਿੱਚ ਲਾਈਏ ਗੋਤੇ ਦੁੱਖ ਨਾ ਆਵਣ ਨੇੜੇ ਮੈਕਾ ਵੰਡੇ ਕਾਵ ਬਗੀਚੀ ਖਿੜੇ ਰਹਿਣ ਨਿਤ ਖੇੜੇ ਭਾਗੋ ਵਾਲੀਆ ਲਿਖਦੇ ਵਾਰਾ ਭਾਗੋ ਵਾਲੀਆ ਲਿਖਦੇ ਵਾਰਾ ਹਰ ਥਾਂ ਜਾਣ ਸੁਣਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ ਵਾਹਿਗੁਰੂ ਜੀ ਵਾਹਿਗੁਰੂ ਜੀ 1984 ਦੇ ਸ਼ਹੀਦਾਂ ਨੂੰ ਸਮਰਪਿਤ ਚੱਲ ਰਹੀ ਪ੍ਰੋਗਰਾਮਾਂ ਦੀ ਲੜੀ ਅਧੀਨ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਮਨੁੱਖਤਾ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਰਜੇਵਿਆਂ ਚੋਂ ਸਮਾਂ ਕੱਢ ਕੇ ਬੜੇ ਅਦਬ ਸਤਿਕਾਰ ਨਾਲ ਜੁੜ ਕੇ ਬੈਠੇ ਸਤਿਕਾਰਯੋਗ ਖਾਲਸਾ ਜੀਓ ਆਓ ਸਾਹਿਬੇ ਕਮਾਲ ਹਿੰਦੁਸਤਾਨ ਦੀ ਤਕਦੀਰ ਦੇ ਨਿਰਮਾਤਾ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਆਪਣੀ ਰਸਨਾ ਤੇ ਲਿਆਈਏ ਔਰ ਫਤਿਹ ਦੇ ਸਿਮਰਨ ਨਾਲ ਜੁੜੀਏ ਜਿੰਨੀਆਂ ਵੀ ਰੂਹਾਂ ਬੈਠੀਆਂ ਹੋ ਔਰ ਜਿੱਥੋਂ ਤੱਕ ਸਾਡੀ ਆਵਾਜ਼ ਆ ਰਹੀ ਹੈ ਸਰਬੱਤ ਮਾਈ ਭਾਈ ਕਿਰਪਾ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਦਿਲਬਾਗ ਸਿੰਘ ਜੀ ਗੁਰਦੁਆਰਾ ਸੀਸਗੰਜ ਜਿੱਥੇ ਉਹ ਬਤੌਰੇ ਹੈੱਡ ਗ੍ਰੰਥੀ ਡਿਊਟੀ ਨਿਭਾ ਰਹੇ ਨੇ ਔਰ ਫਲਾਈਟਾਂ ਦੇ ਰੁਕ ਜਾਣ ਕਾਰਨ ਉਹ ਸਾਡੇ ਕੋਲ ਕੁਝ ਹੋਰ ਸਮਾਂ ਠਹਿਰੇ ਨੇ ਉਹ ਆਪ ਜੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਏ ਹੋਏ ਹੁਕਮਨਾਮੇ ਦੀ ਵਿਆਖਿਆ ਕਰ ਰਹੇ ਸਨ ਔਰ ਬੜੇ ਪ੍ਰੇਮ ਪਿਆਰ ਨਾਲ ਉਹਨਾਂ ਨੇ ਇਸ ਵਿਆਖਿਆ ਨੂੰ ਨਿਭਾਇਆ ਔਰ ਆਪ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਸਮਾਂ ਹੈ ਇਤਿਹਾਸ ਕਹਿਣ ਦਾ। ਕਿਸੇ ਉਰਦੂ ਦੇ ਅਦੀਬ ਦਾ ਕਥਨ ਹੈ, ਉਹ ਕਹਿੰਦਾ ਕੁਛ ਬਾਤ ਹੈ कि हस्ती मिटती नहीं हमारी सदियों से रहा है जमाना दुश्मन दौरे जमा अपना। गहराई विच जाइए तो वह यह कहना चाहता है कि जदों तो खालसा पंथ इस संसार के नक्शे ते प्रगट होया उदों तो ही वक्त दियां हुकूमतां इहदी होंद नूं मिटाउण वास्ते यतन करदियां रहियां, पर याद रखो सब तो वध दुश्मन उस चीज़ दे हुंदे आ जिहदे विच गुण बहुते हुंदे आ। खालसे नूं मिटाउण वास्ते इहदी होंद नूं सत्यानाश करन वास्ते सरकारां ने अपना बल कई बारी परखिया है, पर वो कहंदा कोई बात है, मतलब कोई रहस्य है
ਵੀ ਫਿਰ ਅਸੀਂ ਖਤਮ ਨਹੀਂ ਹੋਏ। ਸਿਰਾਂ ਦੇ ਮੁੱਲ ਪੰਜਾਬ ਵਿੱਚ ਪੈਂਦੇ ਨੇ। ਅੱਜ ਪੰਥ ਦੇ ਝੰਡੇ ਪੂਰੇ ਵਰਲਡ ਵਿੱਚ ਝੁਲਦੇ ਵੇਖੇ ਜਾ ਸਕਦੇ ਨੇ। ਕਾਸ਼ ਕਿਤੇ ਉਹ ਹਾਕਮ ਜਿਉਂਦੇ ਹੋਣ ਤੇ ਅੱਜ ਆਪਣੇ ਉਹਨਾਂ ਅੱਖਾਂ ਨਾਲ ਵੇਖਣ ਤੋਂ ਸ਼ਰਮਸ਼ਾਰ ਹੋਣਗੇ ਉਹਨਾਂ ਹੁਕਮਾਂ ਉੱਤੇ ਜਿਹੜੇ ਕਦੇ ਖਾਲਸਾ ਪੰਥ ਨੂੰ ਮੁਕਾਉਣ ਵਾਸਤੇ ਉਹਨਾਂ ਨੇ ਕਦੇ ਦਿੱਲੀੋਂ ਕਦੇ ਲਾਹੌਰ ਤੋਂ ਜਾਰੀ ਕੀਤੇ ਸਨ। ਔਰ ਘੱਲੂਘਾਰੇ ਦਾ ਅਰਥ ਹੈ ਸਰਵਨਾਸ਼, ਤਬਾਹੀ। 1984 ਦੇ ਸ਼ਹੀਦਾਂ ਦੇ ਇਸ ਵੱਡੇ ਸਾਕੇ ਨੂੰ ਵੀ ਅਸੀਂ ਘੱਲੂਘਾਰੇ ਨਾਲ ਜੋੜਦੇ ਹਾਂ ਔਰ ਕੌਮ ਦੇ ਵਿਦਵਾਨਾਂ ਨੇ ਇਹਨੂੰ ਘੱਲੂਘਾਰੇ ਵਜੋਂ ਤਸਲੀਮ ਕੀਤਾ ਹੈ। ਤੋਂ ਪਹਿਲਾ ਘੱਲੂਘਾਰਾ 1746 ਵਿੱਚ, ਦੂਜਾ 1762 ਵਿੱਚ ਤੇ ਉਸ ਤੋਂ 222 ਸਾਲ ਬਾਅਦ ਤੀਜਾ 1984 ਵਿੱਚ। ਤਿੰਨੇ ਹੀ ਘੱਲੂਘਾਰਿਆਂ ਦੇ ਅੰਦਰ ਸ਼ਹਾਦਤਾਂ ਦਾ ਇੱਕ ਬਹੁਤ ਵੱਡਾ ਇਤਿਹਾਸ ਸਿਰਜਿਆ ਗਿਆ, ਖੂਨ ਦੇ ਦਰਿਆ ਵਗੇ। ਪਰ ਤਿੰਨਾਂ ਹੀ ਘੱਲੂਘਾਰਿਆਂ ਤੋਂ ਬਾਅਦ ਕੌਮ ਨੇ ਨਵੀਂ ਅੰਗੜਾਈ ਭਰ ਕੇ ਕਰਵਟ ਲਈ ਤੇ ਉਹ ਆਪਣੀ ਮੰਜ਼ਿਲ ਵੱਲ ਵਧੀ। ਪਹਿਲੇ ਘੱਲੂਘਾਰੇ ਦੀ ਭੂਮਿਕਾ ਵਿੱਚ ਮੈਂ ਕੱਲ ਕਿਹਾ ਸੀ ਕਿ ਇਹਦਾ ਅਸਲ ਕਾਰਨ ਕੀ ਬਣਿਆ, ਕਿਉਂਕਿ 15,000 ਗੁਰੂ ਕੇ ਕਰੀਬ ਸਿੱਖ ਘਿਰ ਜਾਂਦੇ ਨੇ, ਉਹਨਾਂ ਵਿੱਚੋਂ 4-5 ਹਜ਼ਾਰ ਬਚਦੇ ਨੇ, ਬਾਕੀ ਸ਼ਹੀਦ ਹੋ ਜਾਂਦੇ ਨੇ। ਔਰ ਇੰਨੀਆਂ ਵੱਡੀਆਂ ਸ਼ਹਾਦਤਾਂ ਦਾ ਕਾਰਨ ਸੀ ਇੱਕ ਖੱਤਰੀ ਹਾਕਮ ਦੀ ਬੇਈਮਾਨੀ। ਵਕਤ ਦੀਆਂ ਸਰਕਾਰਾਂ ਉਸ ਦੇਸ਼ ਦੇ ਲੋਕਾਂ ਵਿੱਚੋਂ ਹੀ ਕੁਝ ਲੋਕਾਂ ਨੂੰ ਖਰੀਦ ਲੈਂਦੀਆਂ ਨੇ ਉਸ ਦੇਸ਼ ਦੇ ਲੋਕਾਂ ਨੂੰ ਮਾਰਨ ਵਾਸਤੇ, ਔਰ ਬਾਅਦ ਵਿੱਚ ਲਿਖਿਆ ਜਾਣ ਵਾਲਾ ਇਤਿਹਾਸ ਉਹਨਾਂ ਨੂੰ ਝੋਲੀ ਚੁੱਕ ਗਦਾਰਾਂ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਪਰ ਉਸ ਸਮੇਂ ਉਹ ਆਪਣੇ ਦੇਸ਼ ਨਾਲ, ਆਪਣੀ ਕੌਮ ਨਾਲ ਗਦਾਰੀ ਕਰਨ ਨੂੰ ਬੜਾ ਵੱਡਾ ਇੱਕ ਅਹਿਮ ਰੋਲ ਮੰਨਦੇ ਨੇ। ਜਿਵੇਂ 1984 ਦੀ ਅਸਲ ਕਹਾਣੀ ਲਿਖਣ ਤੋਂ ਪਹਿਲਾਂ ਜਰਨਲ ਬਰਾੜ ਨੇ ਬੜਾ ਸਾਫ਼ ਮੰਨਿਆ ਹੈ ਕਿ ਮੇਰਾ ਤੇ ਸੰਤ ਜਰਨੈਲ ਸਿੰਘ ਦਾ ਨਾਤਾ ਜੁੜਦਾ ਹੈ। ਉਹ ਕਹਿੰਦਾ ਉਹ ਵੀ ਬਰਾੜ ਤਾਂ ਮੈਂ ਵੀ ਬਰਾੜ, ਉਹ ਵੀ ਫਰੀਦਕੋਟ ਦਾ ਮੈਂ ਵੀ ਫਰੀਦਕੋਟ ਦਾ। ਕਹਿੰਦਾ ਫਰਕ ਕੇਵਲ ਇੰਨਾ ਹੈ ਕਿ ਮੇਰੇ ਦਾਦੇ ਪੜਦਾਦੇ ਅੰਗਰੇਜ਼ ਸਰਕਾਰ ਦੇ ਵਫਾਦਾਰ ਰਹਿ ਕੇ ਪੰਜਾਬ ਨਾਲ ਧੋਖਾ ਕਰਦੇ ਰਹੇ ਔਰ ਸੰਤ ਜਰਨੈਲ ਸਿੰਘ ਜੀ ਦੇ ਵੱਡ ਵਡੇਰੇ ਪੰਜਾਬ ਦੀ ਖਾਤਰ ਲੜਦੇ ਰਹੇ। ਸੋ ਇਤਿਹਾਸ ਨੇ ਉਸ ਪਾਠ ਨੂੰ ਅੱਗੇ ਲਿਜਾਣਾ ਹੁੰਦਾ ਹੈ। ਜਸਪਤ ਰਾਏ ਮਾਰਿਆ ਗਿਆ, ਉਹਦੀ ਲਾਸ਼ ਲਾਹੌਰ ਆਈ ਤੇ ਲਖਪਤ ਰਾਏ ਲਾਹੌਰ ਦੇ ਗਵਰਨਰ ਦਾ ਦੀਵਾਨ ਸੀ। ਦੀਵਾਨ ਦੇ ਹੱਥ ਵਿੱਚ ਬੜੀ ਤਾਕਤ ਹੁੰਦੀ ਹੈ। ਉਹਨੇ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਲਾਹੌਰ ਦੇ ਸਿੱਖਾਂ ਤੇ ਗੁੱਸਾ ਕੱਢਿਆ ਤੇ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ, ਸਰੀਰਕ ਰੂਪ ਵਿੱਚ ਖਤਮ ਕਰਨ ਨਾਲੋਂ ਹੁੰਦਾ ਉਹਦਾ ਸਿਧਾਂਤ ਖਤਮ ਕਰਨਾ। ਉਹਨੇ ਸਾਰੇ ਲਾਹੌਰ ਦੇ ਸਿੱਖਾਂ ਦੇ ਘਰਾਂ ਦੀ ਤਲਾਸ਼ੀ ਲੈ ਕੇ ਜਿੰਨੇ ਬਾਣੀ ਦੇ ਗੁਟਕੇ ਸੀ, ਜਿੰਨੀਆਂ ਬਾਣੀ ਦੀਆਂ ਪੋਥੀਆਂ ਸੀ, ਉਹ ਸਾਰੀਆਂ ਬਾਹਰ ਕਢਾ ਕੇ ਅੱਗ ਲਾ ਕੇ ਸਾੜ ਦਿੱਤੀਆਂ ਔਰ ਹੁਕਮ ਕੀਤਾ ਕਿ ਜੇ ਕਿਸੇ ਸਿੱਖ ਦੇ ਘਰੋਂ ਵਾਹਿਗੁਰੂ ਦੀ ਆਵਾਜ਼ ਆਈ ਤੇ ਉਡਾ ਦਿੱਤਾ ਜਾਏਗਾ। ਔਰ ਗੁੜ ਨੂੰ ਰੋੜੀ ਕਹਿਣ ਦਾ ਰਿਵਾਜ ਪਾਇਆ ਤਾਂ ਕਿ ਗੁਰੂ ਚੇਤੇ ਨਾ ਆਵੇ। ਔਰ ਸੱਚ ਜਾਣਿਓ, ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮੇ ਸਾਹਿਬ ਤੋਂ ਤੁਰ ਲੱਗੇ ਸੀ ਨਾ, ਉਹਨਾਂ ਆਖਿਆ ਸੀ ਗੁਰੂ ਕਿਉਂ ਸਿੱਖਿਓ ਸੌ ਨਾ ਜਾਇਓ, ਵੇਸਲੇ ਨਾ ਹੋ ਜਾਇਓ। ਜਿਹੜੇ ਸਿੱਖਾਂ ਨੂੰ ਲਿਖਣ ਦੀ ਜਾਚ ਹੈ, ਉਦੋਂ ਟਾਈਪ ਤਾਂ ਹੁੰਦੀ ਨਹੀਂ ਸੀ, ਵੱਧ ਤੋਂ ਵੱਧ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਅੱਗੋਂ ਤੋਂ ਅੱਗੋਂ ਪਹੁੰਚਾਉਂਦੇ ਜਾਇਓ, ਕਿਉਂਕਿ ਵਕਤ ਦੀਆਂ ਸਰਕਾਰਾਂ ਨੇ ਪਹਿਲਾ ਹਮਲਾ ਤੁਹਾਡੇ ਤੇ ਗੁਰਬਾਣੀ ਤੇ ਕਰਨਾ ਹੈ। ਪੰਥ ਗ੍ਰੰਥ ਕਰਕੇ ਜਿਉਂਦਾ ਹੈ ਔਰ ਪੰਥ ਕਰਕੇ ਗ੍ਰੰਥ, ਗ੍ਰੰਥ ਤੇ ਪੰਥ ਦਾ ਸੁਮੇਲ ਹੈ। ਅੱਜ ਤੱਕ ਜਿਹੜੇ ਹੁਣ ਤੱਕ ਵੀ ਜ਼ਖਮ ਹੋਏ ਨੇ, ਉਹਨਾਂ ਜ਼ਖਮਾਂ ਨੂੰ ਫੁੱਲੀਏ ਤੇ ਵਕਤ ਦੀਆਂ ਸਰਕਾਰਾਂ ਪੁਰਾਤਨ ਸਮੇਂ ਤੋਂ ਸਭ ਤੋਂ ਪਹਿਲਾ ਅਟੈਕ ਸਾਡੀ ਗੁਰਬਾਣੀ ਤੇ ਕਰਦੀਆਂ ਆਈਆਂ, ਕਿਉਂਕਿ ਇਹ ਸਿੱਖ ਦੀ ਜੜ ਹੈ, ਇਹ ਸਿੱਖ ਦਾ ਮੂਲ ਹੈ। ਔਰ ਲਾਹੌਰ ਦੇ ਸਿੱਖਾਂ ਨੂੰ ਉਹਨੇ ਕਤਲ ਕਰਨ ਵਾਸਤੇ ਮੱਸਿਆ ਦਾ ਦਿਨ ਚੁਣਿਆ। ਦੀਵਾਨ ਕੌੜਾ ਮੱਲ, ਲక్ష్ਮੀ ਦਾਸ, ਲੱਛੀ ਰਾਮ, ਹਿਰਦੇ ਮੱਲ, ਕੁਝ ਇਸ ਤਰ੍ਹਾਂ ਦੇ ਬੰਦੇ ਸਨ ਜਿਹੜੇ ਸਾਫ਼ ਦਿਲ ਸਨ। ਉਹਨਾਂ ਲਖਪਤ ਰਾਏ ਨੂੰ ਆਖਿਆ, ਮਿੱਤਰਾ ਇਹ ਕੰਮ ਨਾ ਕਰ, ਇਹਨਾਂ ਤੇਰਾ ਕੀ ਵਿਗਾੜਿਆ? ਉਹਨੇ ਆਖਿਆ, ਇਹਨਾਂ ਵਿੱਚੋਂ ਮੈਨੂੰ ਸਾਰੇ ਖਾੜਕੂ ਸਿੰਘ ਦਿਸਦੇ ਆ, ਕਿਉਂਕਿ ਇਹਨਾਂ ਨੇ ਮੇਰਾ ਭਰਾ ਮਾਰਿਆ। ਜਿਸ ਤਰ੍ਹਾਂ ਪੰਜਾਬ ਪੁਲਿਸ ਨੇ 1984 ਤੋਂ ਬਾਅਦ ਕੀਤਾ ਹੈ, ਜੇ ਕਿਸੇ ਤੇ ਕੋਈ ਅਟੈਕ ਹੁੰਦਾ ਸੀ ਤੇ ਉਹ ਖਾੜਕੂਆਂ ਦੇ ਪਰਿਵਾਰ ਹੀ ਚੁੱਕ ਕੇ ਲੈ ਜਾਂਦੇ ਸੀ। ਤਾਂ ਉਹਨਾਂ ਨੇ ਕਿਹਾ, ਫਿਰ ਜੇ ਤੂੰ ਮਾਰਨਾ ਹੀ ਹੈ ਤੇ ਮੱਸਿਆ ਵਾਲੇ ਦਿਨ ਨਾ ਮਾਰ। ਉਹ ਕਹਿੰਦਾ, ਇਹਦੇ ਨਾਲੋਂ ਪਵਿੱਤਰ ਦਿਨ ਹੋਰ ਕਿਹੜਾ? 10 ਮਾਰਚ 1746 ਨੂੰ ਸੋਮਵਾਰ ਵਾਲੇ ਦਿਨ ਮੱਸਿਆ ਆਉਣੀ ਸੀ, ਤੋਂ ਇਹਦੀ ਪੁਰਾਤਨ ਯੁੱਗ ਵਿੱਚ ਮਹੱਤਤਾ ਹੈ। ਉਹਨਾਂ ਨੇ ਇਹਦੇ ਗੁਰੂ ਜਗਤ ਭਗਤ ਨੂੰ ਲਿਆਂਦਾ, ਜਿਹਨੂੰ ਇਹ ਆਪਣਾ ਰੂਹਾਨੀਅਤ ਮੁਰਸ਼ਦ ਮੰਨਦਾ ਸੀ। ਉਹਨੇ ਆਖਿਆ, ਜੇ ਤੂੰ ਮੈਨੂੰ ਗੁਰੂ ਮੰਨਦਾ ਤੇ ਮੈਂ ਤੈਨੂੰ ਕਹਿਣਾ ਵੀ ਇਹਨਾਂ ਸਿੱਖਾਂ ਨੂੰ, ਨਿਰਦੋਸ਼ਾਂ ਨੂੰ ਨਾ ਮਾਰ ਔਰ ਮੱਸਿਆ ਵਾਲੇ ਦਿਨ ਕਤਲ ਨਾ ਕਰ। ਉਹਨੇ ਆਖਿਆ, ਬਾਬਾ ਜੀ ਤੁਹਾਡਾ ਕੰਮ ਮਾਲਾ ਫੇਰਨਾ ਹੈ, ਰਾਜਨੀਤੀ ਚਲਾਉਣਾ ਸਾਡਾ ਕੰਮ ਹੈ, ਜਾਓ।
ਇੱਕ ਇੱਕ ਸਿੱਖ ਨੂੰ ਚਿੱਟੇ ਦਿਨ ਕਤਲ ਕੀਤਾ ਜਾਏਗਾ ਔਰ ਹਜ਼ਾਰਾਂ ਸਿੱਖ ਉਹਨੇ ਇੱਕੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਰੇ। ਮਾਰਨ ਦਾ ਤਰੀਕਾ ਇਹ ਸੀ ਵੀ 15 ਸਕੰਜੇ ਉਹਨੇ ਬਣਾਏ ਔਰ ਉਹਨਾਂ ਸਕੰਜਿਆਂ ਦੇ ਵਿੱਚੋਂ ਦੀ ਸਿਰ ਅੱਗੇ ਹੋ ਜਾਂਦਾ ਸੀ, ਧੜ ਪਿੱਛੇ ਰਹਿ ਜਾਂਦਾ ਸੀ। ਹਰ ਇੱਕ ਅੱਡੇ ਉੱਤੇ ਇੱਕ ਜਲਾਦ ਖਲੋਤਾ ਸੀ, ਉਸ ਜਲਾਦ ਦੇ ਕਿਨਾਰੇ ਤੇ ਇੱਕ ਆਦਮੀ ਖਲੋਤਾ ਸੀ ਉੱਚੀ ਜਗ੍ਹਾ। ਉਹਨੇ ਇਸ ਤਰ੍ਹਾਂ ਇਸ਼ਾਰਾ ਕਰਨਾ ਹੁੰਦਾ ਸੀ। 15 ਜਲਾਦਾਂ ਨੇ ਇੱਕੇ ਹੀ ਵਾਰ ਨਾਲ 15 ਸਿੱਖਾਂ ਨੂੰ ਕਤਲ ਕਰ ਦੇਣਾ ਸੀ। ਸਿਰ ਇੱਕ ਪਾਸੇ ਹੋ ਜਾਂਦਾ ਸੀ, ਧੜ ਇੱਕ ਪਾਸੇ ਹੋ ਜਾਂਦਾ ਸੀ। ਇਸ ਤਰ੍ਹਾਂ ਸਾਡੇ ਵੱਡ ਵਡੇਰਿਆਂ ਦੀਆਂ ਸ਼ਹਾਦਤਾਂ ਹੋਈਆਂ। ਇਹ ਕੰਮ ਉਹਨੇ ਮਾਰਚ 'ਚ ਕੀਤਾ। ਇਸ ਤੋਂ ਬਾਅਦ ਜਿਹੜਾ ਇਹ ਘੱਲੂਘਾਰਾ ਮੈਂ ਕੱਲ੍ਹ ਬੇਨਤੀ ਕੀਤੀ ਸੀ, ਇਹ ਮਈ ਤੋਂ ਆਰੰਭ ਹੁੰਦਾ ਹੈ। 17 ਮਈ ਨੂੰ ਉਹ ਸੰਪੂਰਨ ਤੌਰ ਤੇ ਆਰਡਰ ਲੈ ਕੇ ਸਿੱਖਾਂ ਦੇ ਮਗਰ ਹੱਥ ਧੋ ਕੇ ਪੈ ਜਾਂਦਾ ਹੈ ਤੇ ਜਹੀਆ ਖਾਨ ਨੂੰ ਕਹਿੰਦਾ ਵੀ ਤੈਨੂੰ ਹੁਣ ਖੇਚਲ ਕਰਨ ਦੀ ਲੋੜ ਨਹੀਂ। ਇੱਕ ਖੱਤਰੀ ਨੇ ਧਰਮ ਪੈਦਾ ਕੀਤਾ ਸੀ ਤੇ ਇੱਕ ਖੱਤਰੀ ਇਹਨੂੰ ਖਤਮ ਕਰ ਦੇਗਾ। ਤੂੰ ਮੈਨੂੰ ਤਾਕਤਾਂ ਦੇ, ਮੈਂ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ। ਖਾਲਸਾ ਜੀ ਇਤਿਹਾਸ ਨੂੰ ਪੜ੍ਹੀਏ ਤੇ ਅੱਜ ਵੀ ਰੌਂਕਟੇ ਖੜੇ ਹੋ ਜਾਂਦੇ ਨੇ, ਰੂਹ ਕੰਬਦੀ ਹੈ। ਉਹਨਾਂ ਸਮਿਆਂ ਵਿੱਚ ਸਾਡੇ ਵੱਡ ਵਡੇਰਿਆਂ ਨੇ ਕਿੱਦਾਂ ਸਾਡੇ ਵਾਸਤੇ ਘਾਲਣਾ ਘਾਲੀਆਂ। ਵਕਤ ਦੇ ਗਵਰਨਰ ਨੇ ਜਿਵੇਂ ਫਿਰ ਇਹਨੂੰ ਖੁੱਲੀ ਛੁੱਟੀ ਦੇ ਕੇ ਆਖਿਆ, ਜਾ ਮਿੱਤਰਾ ਸਿੱਖਾਂ ਨੂੰ ਮੁਕਾ ਕੇ ਜਦੋਂ ਆਵੇਂਗਾ ਤੇ ਤੇਰਾ ਮਾਣ ਸਨਮਾਨ ਕੀਤਾ ਜਾਏਗਾ। ਜੋ ਕੁਝ ਲਾਹੌਰ ਦਾ ਗਵਰਨਰ ਕਹਿ ਰਿਹਾ, ਲਖਪਤ ਰਾਏ ਨੂੰ ਇਉਂ ਬੇਨਤੀ ਕੀਤੀ ਜਾ ਰਹੀ ਹੈ। ਹੋ ਆਡਰ ਸਖਤ ਗਿਆ, ਜਿਉਂਦਾ ਸਿੰਘ ਦਿਸੇ ਨਾ ਕੋਈ ਨਜ਼ਰੀ ਆਵੇ ਨਾ। ਭਾਰਤ ਦੇ ਵਿੱਚ ਦੇਸ਼ ਦਰੋਹੀ ਸੁਣ ਹੁਕਮ ਕਰਦਾ ਏ, ਲੱਗੇ ਕਮ ਦਿਲ ਆ ਦਿਲ ਧੜਕੇ, ਜਈਆ ਖਾ ਕਹਿਣ ਲਗਾ, ਮਾਰੋ ਸਿੱਖ ਦੇਸ਼ ਤੋਂ ਫੜ ਕੇ। ਆਡਰ ਸਖਤ ਗਿਆ, ਜਿਉਂਦਾ ਸਿੰਘ ਦਿਸੇ ਨਾ ਕੋਈ ਨਜ਼ਰੀ ਆਵੇ ਨਾ। ਭਾਰਤ ਦੇ ਵਿੱਚ ਦੇਸ਼ ਦਰੋਹੀ ਹੁਕਮ ਕਰਦਾ ਏ, ਲੱਗੇ ਕਮ ਦਿਲ ਆ ਦਿਲ ਧੜਕੇ, ਜਈਆ ਖਾ ਕਹਿਣ ਲਗਾ, ਮਾਰੋ ਸਿੱਖ ਦੇਸ਼ ਜੋ ਫੜ ਕੇ। ਹਿੰਦੂ ਸਿੱਖ ਮਿਲਿਆ ਜੋ ਉਸ ਨੂੰ ਪਕੜ ਲਿਆਉਂਦਾ ਲੱਖੂ, ਦਿਲ ਆਪਣਾ ਠਾਰਨ ਲਈ ਸਿੱਖਾਂ ਨੂੰ ਮਰਵਾਉਂਦਾ ਲੱਖੂ। ਉਹ ਲਿਖਦੀ ਹੁਕਮ ਗਏ, ਫੌਜਾਂ ਤੁਰੀਆਂ ਲੁੱਟਣ ਚੜ ਕੇ, ਜਈਆ ਖਾ ਕਹਿਣ ਲਗਾ, ਮਾਰੋ ਸਿੱਖ ਦੇਸ਼ ਜੋ ਫੜ ਕੇ। ਸ਼ਰੇ ਬਾਜ਼ਾਰਾਂ 'ਚ ਬੁੱਝੜ ਖਾਨਿਆਂ ਤੋਂ ਵੱਧ ਹੋਈ ਸੀ, ਵਿੱਚ ਬਾਜ਼ਾਰਾਂ ਦੇ ਬੁੱਝੜ ਖਾਨਿਆਂ ਤੋਂ ਵੱਧ ਹੋਈ, ਵਿੱਚ ਸ਼ਰੇ ਬਾਜ਼ਾਰਾਂ ਦੇ ਮਾਰਿਆ ਗਿਆ ਮਿਲਿਆ ਸਿੱਖ ਸੋਈ। ਕਈ ਪਿੰਡ ਉਜਾੜ ਦਿੱਤੇ, ਹਰ ਥਾਂ ਤੇ ਗੱਤੇ ਗੱਤੇ ਖੜ ਕੇ, ਜਈਆ ਖਾ ਕਹਿਣ ਲਗਾ, ਮਾਰੋ ਸਿੱਖ ਦੇਸ਼ ਜੋ ਫੜ ਕੇ। ਹਮਦਰਦੀ ਸਿੱਖਾਂ ਦੇ ਫੜ ਕੇ ਕੀਤੇ ਕਤਲ ਵਿਚਾਰੇ, ਤੱਕ ਖੂਨੀ ਸਾਕੇ ਨੂੰ ਹਾਹਾਕਾਰ ਮਚੀ ਸੀ ਸਾਰੇ। ਕਿ ਕੋਈ ਬਚਿਆ ਨਾ, ਬਚਿਆ ਸੋ ਜੋ ਨਸਿਆ ਲੜ ਕੇ, ਜਈਆ ਖਾ ਕਹਿਣ ਲਗਾ, ਮਾਰੋ ਸਿੱਖ ਦੇਸ਼ ਜੋ ਫੜ ਕੇ। ਸਤਾਈ ਨਾਮ ਮਿਲੂ ਜਿਹੜਾ ਸਿੱਖ ਦੀ ਖਬਰ ਪੁਜਾਵੇ, ਉਹ ਸਤਾਈ ਨਾਮ ਮਿਲੂ ਜਿਹੜਾ ਸਿੱਖ ਦੀ ਖਬਰ ਪੁਜਾਵੇ, ਉਸ ਦਾ ਸਤਿਕਾਰ ਹੋਊ ਜਿਹੜਾ ਵੱਢ ਕੇ ਸੀਸ ਲਿਆਵੇ। ਤਲਵਾਰ ਖੜਕ ਰਹੀ ਸੀ, ਸੁਬਹ ਦੁਪਹਿਰ ਸ਼ਾਮ ਦੇ ਤੜਕੇ, ਜਈਆ ਖਾ ਕਹਿਣ ਲਗਾ, ਮਾਰੋ ਸਿੱਖ ਦੇਸ਼ ਜੋ ਫੜ ਕੇ। ਪਿੰਡਾਂ ਵਿੱਚ ਫੌਜ ਫਿਰੇ ਲੁੱਟਾਂ ਕਰਦੇ ਗਸ਼ਤੀ ਟੋਲੇ, ਤਲਵਾਰ ਭੇਟ ਹੋ ਗਏ ਜਿਹੜੇ ਲੱਖੂ ਸਾਹਮਣੇ ਬੋਲੇ। ਜੇਲਾਂ ਵਿੱਚ ਪਾਲੇ ਕਈ ਹਿੰਦੂ ਪੈਰੀਆਂ ਬੇੜੀਆਂ ਚੜ ਕੇ, ਜਈਆ
ਸਹਿਜਧਾਰੀਆਂ ਨੂੰ ਫੜ ਕੇ ਕਤਲ ਗਿਆ ਕਰਵਾਇਆ, ਢਿੱਡ ਭਰੇ ਕਾਲ ਦਾ ਨਾ ਹੋਣੀ ਮੂੰਹ ਨੂੰ ਕਾਸਾ ਲਾਇਆ। ਸਭ ਚੁਣ ਚੁਣ ਮਾਰ ਦਿੱਤੇ ਜਿੱਥੇ ਸ਼ਾਨ ਸਿੰਘਾਂ ਦੀ ਰੜਕੇ, ਜਈ ਆਖਾਂ ਕਹਿਣ ਲੱਗਾ ਮਾਰੋ ਸਿੱਖ ਦੇਸ਼ ਜੋ ਫੜ ਕੇ। ਲਖਪਤ ਦੇ ਬੰਦਿਆਂ ਨੇ ਦਿੱਤੇ ਮਾਰ ਗਿਆਨੀ ਭਾਈ, ਲਖਪਤ ਦੇ ਬੰਦਿਆਂ ਨੇ ਦਿੱਤੇ ਮਾਰ ਗਿਆਨੀ ਭਾਈ, ਚੁਣ ਚੁਣ ਕੇ ਮਾਰ ਦਿੱਤੇ ਜੋ ਸੀ ਸਿੱਖਾਂ ਦੇ ਹਮਸਾਈ। ਮਸਤਾ ਬੁਝ ਜਾਵੇਗੀ ਜ਼ੁਲਮੀ ਅੱਗ ਕਹਿਰ ਦੀ ਭੜ ਕੇ, ਜਈ ਆਖਾਂ ਕਹਿਣ ਲੱਗਾ ਮਾਰੋ ਸਿੱਖ ਦੇਸ਼ ਜੋ ਫੜ ਕੇ, ਜਈ ਆਖਾਂ ਕਹਿਣ ਲੱਗਾ ਮਾਰੋ ਸਿੱਖ ਦੇਸ਼ ਜੋ ਫੜ ਕੇ। ਜ਼ਾਲਮ ਰਹਿਣ ਜੰਮਦੇ, ਜ਼ਾਲਮ ਰਹਿਣ ਮਰਦੇ, ਸਿੱਖ ਰੋਜ਼ ਮਰਦੇ ਐ ਪਰ ਮੁੱਕਦੇ ਨਹੀਂ। ਦਿੱਤੇ ਸਮੇਂ ਨੇ ਸਾਨੂੰ ਨੇ ਜ਼ਖਮ ਲੱਖਾਂ, ਉਹ ਨਵੇਂ ਹੋਈ ਜਾਂਦੇ ਪਿਛਲੇ ਸੁੱਕਦੇ ਨਹੀਂ। ਦੁਸ਼ਮਣ ਗੋਲੀਆਂ ਮਾਰ ਕੇ ਨਹੀਂ ਗਿਣਦੇ ਤੇ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ। ਮੇਲੇ ਲੱਗਣ ਸ਼ਹੀਦਾਂ ਦੀ ਮੜੀ ਉੱਤੇ, ਕਬਰ ਪਾਪੀ ਦੀ ਤੇ ਲੋਕੀ ਰੁਕਦੇ ਨਹੀਂ। ਸ਼ਹੀਦਾਂ ਨੂੰ ਸੰਸਾਰ ਪੂਜਿਆ ਕਰਦਾ ਹੈ, ਕਿਉਂਕਿ ਸ਼ਹੀਦ ਕੁਰਬਾਨੀ ਦਾ ਬੀਜ ਹੁੰਦਾ ਹੈ, ਸ਼ਹੀਦ ਦਾ ਲਹੂ। ਹੁਣ ਵੇਖੋ ਹਕੂਮਤ ਦਾ ਜਿਹੜਾ ਮਾਲਕ ਹੈ ਮੁਗਲ ਹੈ, ਜਿਹੜਾ ਮਾਰਨ ਸਿੱਖਾਂ ਨੂੰ ਚੜਿਆ ਉਹ ਹਿੰਦੂ ਹੈ। ਸਾਰੀਆਂ ਕੌਮਾਂ ਵਿੱਚ ਸਾਰੇ ਬੰਦੇ ਮਾੜੇ ਨਹੀਂ ਹੁੰਦੇ, ਇਹ ਗੱਲ ਮੈਂ ਪਹਿਲਾਂ ਕਹਿ ਦਿਆਂ। ਔਰ ਜਿਹੜੀ ਕਤਲ ਹੋਣੀ ਉਹ ਤੀਸਰੀ ਧਿਰ ਹੈ। ਲਖਪਤ ਰਾਏ ਦਾ ਨਗਰ ਵੀ ਕਲਾਨੌਰ ਹੈ, ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੇ ਤਸ਼ੱਦਦ ਕਰਨ ਵਾਲੇ ਚੰਦੂ ਦਾ ਪਿੰਡ ਵੀ ਇਹੀ ਹੈ। ਔਰ ਇਹਨਾਂ ਦੇ ਪੁਰਾਤਨ ਖਾਨਦਾਨ ਤੋਂ ਸਿੱਖਾਂ ਨਾਲ ਨਫ਼ਰਤ ਕਰਨੀ ਇੱਕ ਇਹਨਾਂ ਦਾ ਜਿਵੇਂ ਕਿੱਤਾ ਬਣ ਗਿਆ ਸੀ। ਔਰ ਇੱਕ ਤਗੜੀ ਫੌਜ ਲੈ ਕੇ ਆਪਣੇ ਪੁੱਤਰ ਹਰਭਜ ਰਾਏ ਨੂੰ ਲੈ ਕੇ ਤੇ ਜਹੀਆ ਖਾਨ ਦਾ ਪੁੱਤਰ ਨਾਰ ਖਾਨ ਨੂੰ ਨਾਲ ਲੈ ਕੇ, ਕੁਝ ਹੋਰ ਚੋਟੀ ਦੇ ਜਰਨੈਲ 50 ਦੇ ਕਰੀਬ ਤੋਪਾਂ ਤੇ ਜੰਬੂਰ ਕੇ ਇੱਕ ਵੱਡੀ ਫੌਜ ਲੈ ਕੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਇਹ ਲਾਹੌਰ ਤੋਂ ਤਿਆਰੀ ਕਰਦਾ ਹੈ। ਹੁਣ ਸਿੱਖਾਂ ਵਾਸਤੇ ਬੜੀ ਵੱਡੀ ਪਰਖ ਦੀ ਘੜੀ ਹੈ, ਕਿਉਂਕਿ ਉਦੋਂ ਸਾਡਾ ਸਿੱਖ ਕੌਮ ਦਾ ਕੋਈ ਵੀ ਇੱਕ ਕੇਂਦਰ ਨਹੀਂ ਸੀ ਜਿੱਥੇ ਸਿੱਖ ਮਿਸਲਾਂ ਜਾਂ ਉਹ ਸਾਡੇ ਪੁਰਾਣੇ ਖਾੜਕੂ ਸਿੰਘ ਜੁੜ ਕੇ ਬੈਠੇ ਹੋਣ। ਵਕਤ ਦੀ ਸਰਕਾਰ ਨੇ ਘਰ ਘਾਟ ਸਾਥੋਂ ਖੋਲੇ ਸੀ, ਕੋਈ ਜਥਾ ਕਿਤੇ ਫਿਰਦਾ ਸੀ, ਕੋਈ ਜਥਾ ਕਿਤੇ ਵਿਚਰਦਾ ਸੀ। ਲੇਕਿਨ ਵੱਡੀ ਗੱਲ ਇਹ, ਉਹਨਾਂ ਵਿੱਚੋਂ ਕੋਈ ਵੀ ਬੰਦਾ ਝੁਕਣ ਨੂੰ ਤਿਆਰ ਨਹੀਂ ਸੀ। ਅਸੀਂ ਬੜੇ ਦਾਅਵੇ ਨਾਲ ਕਹਿੰਦੇ ਹਾਂ ਕਿ ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ, ਉਸ ਰਾਜ ਵਰਗੀ ਮਿਸਾਲ ਕੋਈ ਨਹੀਂ ਹੈ। ਪਰ ਉਹਨੂੰ ਰਾਜ ਭਾਗ ਕਰਨ ਵਾਸਤੇ ਜਿਹੜਾ ਮੰਚ ਤਿਆਰ ਕੀਤਾ ਹੈ ਉਹ ਸਾਡੇ ਪਹਿਲੇ ਸਰਦਾਰਾਂ ਨੇ ਕੀਤਾ ਹੈ, ਜਿਹਦੇ ਵਿੱਚ ਸਰਦਾਰ ਨਵਾਬ ਕਪੂਰ ਸਿੰਘ, ਦੀਵਾਨ ਦਰਬਾਰਾ ਸਿੰਘ, ਜੱਸਾ ਸਿੰਘ ਈਚੋਗਲੀਆ, ਜੱਸਾ ਸਿੰਘ ਆਲੂਵਾਲੀਆ, ਬਾਗ ਸਿੰਘ ਹੱਲੋਵਾਲੀਆ, ਗੁਰਦਿਆਲ ਸਿੰਘ ਡੱਲੇਵਾਲੀਆ, ਦੀਪ ਸਿੰਘ ਹਰੀ ਸਿੰਘ, ਪੰਜਵੜ ਆਨੰਦ ਸਿੰਘ ਜੀ ਸਾਂਗਣਾ ਆਦਿਕ ਬਹੁਤ ਸਾਰੇ ਜਰਨੈਲਾਂ ਦਾ ਜ਼ਿਕਰ ਮਿਲਦਾ। ਇਹ ਉਹ ਯੋਧੇ ਨੇ ਜਿਨ੍ਹਾਂ ਨੇ ਉਸ ਸਮੇਂ ਲੜਾਈ ਲੜੀ ਜਦੋਂ ਲੜਾਈ ਲੜਨੀ ਬੜੀ ਔਖੀ ਸੀ। ਨਾ ਤਾਂ ਸਾਡੇ ਕੋਲ ਕੋਈ ਕਿਲਾ ਸੀ ਤੇ ਨਾ ਸਾਨੂੰ ਕੋਈ ਆਸਰਾ ਦੇਣ ਵਾਲੀ ਜਗ੍ਹਾ ਸੀ। ਕੇਵਲ ਦਰਿਆਵਾਂ ਦੇ ਕਿਨਾਰੇ ਜੰਗਲ, ਬੇਲੇ, ਪਹਾੜ, ਇਹ ਸਿੰਘਾਂ ਦਾ ਘਰ ਸੀ। ਔਰ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਲੈਣਾ ਉਹਨਾਂ ਦਾ ਨਿਤ ਦਾ ਕਰਮ ਸੀ। ਤੇ ਸਭ ਤੋਂ ਵੱਡੀ ਗੱਲ ਇਹ ਕਿ ਨਾ ਪੂਰੀਆਂ ਤਲਵਾਰਾਂ ਤੇ ਨਾ ਪੂਰੇ ਘੋੜੇ ਤੇ ਨਾ ਚੰਗੇ ਬਸਤਰ। ਤੇ ਜਿਹੜੀ ਵੱਡੀ ਗੱਲ ਉਹ ਇਹ ਸੀ ਵੀ ਹਰ ਸਿੱਖ ਨੇ ਗੁਰਬਾਣੀ ਦਾ ਗੁਟਕਾ ਘੁੱਟ ਕੇ ਸੀਨੇ ਨਾਲ ਲਾਇਆ ਹੁੰਦਾ ਸੀ। ਆਖੋ ਸਤਨਾਮ, ਉਹ ਨਹੀਂ ਸੀ ਕੋਈ ਗਵਾਚਣ ਦਿੰਦਾ। ਇਹਨਾਂ ਹਾਲਾਤਾਂ ਵਿੱਚ ਉਹਨਾਂ ਯੋਧਿਆਂ ਨੇ ਜੰਗ ਲੜੀ। ਸਾਡੇ ਸਨਮੁਖ ਬੈਠੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਚੂਰ ਸਿੰਘ ਜੀ, ਢਾਡੀ ਜਗਤ ਦੇ ਉਹ ਚਮਕਦੇ ਸਿਤਾਰੇ ਨੇ। ਔਰ ਉਹਨਾਂ ਸਾਹਮਣੇ ਮੇਰੀ ਕੋਈ ਐਸੀ ਨਹੀਂ ਗੱਲ ਮੈਂ ਕੁਝ ਕਹਿ ਸਕਾਂ, ਪਰ ਮੈਂ ਡਿਊਟੀ ਨਿਭਾ ਰਿਹਾ ਔਰ ਜਾਣਦੇ ਨੇ। ਤਾਂ ਉਸ ਵਕਤ ਫਿਰ ਜਿਹੜੇ ਇਹ ਵੱਡੇ ਜਰਨੈਲ ਸੀ, ਇਹਨਾਂ ਆਖਿਆ ਹੁਣ ਕੀ ਹੋਵੇ, ਇਹਦੇ ਨਾਲ ਟੱਕਰ ਲਈ ਜਾਏ। ਤੇ ਟੱਕਰ ਲੈਣ ਵਾਸਤੇ ਕਾਹਨੂੰਵਾਨ ਦਾ ਸ਼ੰਭ ਦਰਿਆ ਰਾਵੀ ਦਾ ਕਿਨਾਰਾ ਚੁਣਿਆ ਜਾਏ। ਉਸ ਵਕਤ ਉਹਨਾਂ ਬਾਕੀ ਸਿੰਘਾਂ ਨੂੰ ਚਿੱਠੀਆਂ ਲਿਖ ਕੇ ਆਖਿਆ, ਮਿੱਤਰੋ ਭੱਜ ਕੇ ਦੂਰ ਜਾਣ ਨਾਲੋਂ
ਇੱਕ ਵਾਰ ਮੈਦਾਨੇ ਜੰਗ ਵਿੱਚ ਇਹਨਾਂ ਨੂੰ ਹਿੱਕ ਦਾ ਜ਼ੋਰ ਵਿਖਾ ਦਈਏ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਸਿੰਘ ਤੁਹਾਥੋਂ ਮੁੱਕਣ ਵਾਲੇ ਨਹੀਂ, ਇਹ ਤੁਹਾਡਾ ਸੁਪਨਾ ਜੋ ਕਦੇ ਹਕੀਕਤ ਵਿੱਚ ਨਹੀਂ ਬਦਲੇਗਾ। ਆਓ ਉਹਨਾਂ ਯੋਧਿਆਂ ਨੇ ਵੱਖ-ਵੱਖ ਦਲਾਂ ਨੂੰ ਇਕੱਤਰ ਕਰਕੇ ਜਿਵੇਂ ਇੱਕ ਪੜਾਅ ਤੇ ਇਕੱਠੇ ਹੋਣ ਵਾਸਤੇ ਵਕਤ ਦੀ ਹਕੂਮਤ ਦਾ ਟਾਕਰਾ ਕਰਨ ਵਾਸਤੇ ਮਨ ਬਣਾਇਆ, ਉਹਨੂੰ ਗਿਆਨੀ ਜਗੀਰ ਸਿੰਘ ਮਸਤ ਜੀ ਨੇ ਇੱਕ ਬੈਨ ਦੀ ਬੰਦਸ਼ ਵਿੱਚ ਲਿਖਣ ਦਾ ਯਤਨ ਕੀਤਾ। ਬੜੇ ਪ੍ਰੇਮ ਨਾਲ ਸੁਣੋ, ਸਿੰਘਾਂ ਦਾ ਉਸ ਵਕਤ ਰਣਨੀਤੀ ਪੈਂਤੜਾ ਕੀ ਸੀ। ਸਿੰਘਾਂ ਬੈਠ ਕੇ ਇੱਕ ਗੁਰਮਤਾ ਕੀਤਾ, ਬਿਗਲ ਮੌਤ ਦਾ ਸਿੰਘਾਂ ਤੇ ਵੱਜਦਾ ਏ। ਲੱਖ ਪੱਤ ਬਣੀਆਂ ਦੁਸ਼ਮਣ ਖਾਲਸੇ ਦਾ, ਖੂਨ ਪੀਣਾ ਸਿੰਘਾਂ ਦਾ ਰੱਜਦਾ ਏ। ਕਸ ਲੋ ਕਮਰ ਕੱਸੇ, ਨੀਅਤ ਜਗਾਏ ਉੱਤੇ ਪਹੁੰਚ ਜਾਓ ਸਾਰੇ। ਸਿੰਘੋ ਸਿੱਖੀ ਦੀ ਸ਼ਾਨ ਬਚਾਉਣ ਖਾਤਰ ਕਾਨੂੰਨ ਦੀ ਛੰਭ ਵਿੱਚ ਆਓ ਸਾਰੇ। ਬੈਠ ਕੇ ਇੱਕ ਗੁਰਮਤਾ ਕੀਤਾ, ਬਿਗਲ ਮੌਤ ਦਾ ਸਿੰਘਾਂ ਤੇ ਵੱਜਦਾ ਏ। ਲੱਖ ਪੱਤ ਬਣਿਆ ਦੁਸ਼ਮਣ ਖਾਲਸੇ ਦਾ, ਖੂਨ ਪੀਣਾ ਸਿੰਘਾਂ ਦਾ ਰੱਜਦਾ ਏ। ਸੁਣਦੇ ਆ ਕਸ ਲੋ ਕਮਰ ਕੱਸੇ, ਨੀਅਤ ਜਗਾਏ ਉੱਤੇ ਪਹੁੰਚ ਜਾਓ ਸਾਰੇ। ਸਿੰਘੋ ਸਿੱਖੀ ਦੀ ਸ਼ਾਨ ਬਚਾਉਣ ਖਾਤਰ ਕਾਨੂੰਨ ਦੀ ਛੰਭ ਵਿੱਚ ਆਓ ਸਾਰੇ। ਕਲਗੀ ਵਾਲੇ ਨੇ ਜੀ ਦੀ ਬੁਨਿਆਦ ਰੱਖੀ, ਉਸ ਪੰਥ ਨੂੰ ਮੇਟਣਾ ਚਾਹੁੰਦਾ ਏ। ਜਿਹੜੀ ਬਣੀ ਸ਼ਹੀਦਾਂ ਦੀ ਜਥੇਬੰਦੀ, ਉਹਨੂੰ ਦੁਸ਼ਟ ਸਮੇਟਣਾ ਚਾਹੁੰਦਾ ਏ। ਵੀਰ ਬਹਾਦਰ ਜਰਨੈਲ ਜੋਧੇ, ਸਾਵਧਾਨ ਹੋ ਕੇ ਉੱਠੋ ਧਾਓ ਸਾਰੇ। ਸਿੰਘੋ ਸਿੱਖੀ ਦੀ ਸ਼ਾਨ ਬਚਾਉਣ ਖਾਤਰ ਕਾਨੂੰਨ ਦੀ ਛੰਭ ਵਿੱਚ ਆਓ ਸਾਰੇ। ਖਾਲਸੇ ਨੂੰ ਇਮਤਿਹਾਨ ਵਿੱਚੋਂ ਆਵੋ ਪਾਸ ਹੋਈਏ। ਨਾਸ ਜ਼ੁਲਮ ਦਾ ਕਰ ਦੀਏ ਦੇਸ਼ ਵਿੱਚੋਂ, ਕਿਸੇ ਗੱਲੋਂ ਨਾ ਕਦੇ ਉਦਾਸ ਹੋਈਏ। ਖਾਲਸੇ ਦਾ ਜਨਮ ਮੌਤ ਵਿੱਚੋਂ ਹੱਸ ਮੌਤ ਨੂੰ ਜੱਫੀਆਂ ਪਾਓ ਸਾਰੇ। ਸਿੰਘੋ ਸਿੱਖੀ ਦੀ ਸ਼ਾਨ ਬਚਾਉਣ ਖਾਤਰ ਕਾਨੂੰਨ ਦੀ ਛੰਭ ਵਿੱਚ ਆਓ ਸਾਰੇ। ਜੱਸਾ ਸਿੰਘ ਆਵੇ ਆਲੂ ਵਾਲੀਆਂ ਵੀ। ਕੰਬੋਕੀ ਦਾ ਸੁਖਾ ਸਿੰਘ ਪਹੁੰਚੇ, ਸਿੰਘ ਪਹੁੰਚੇ। ਮਾੜੀ ਕੰਬੋਕੀ ਦਾ ਸੁਖਾ ਸਿੰਘ ਪਹੁੰਚੇ, ਆ ਕੇ ਕੂੜ ਦੀ ਸਫਾ ਉਠਾਓ ਸਾਰੇ। ਸਿੰਘੋ ਸਿੱਖੀ ਦੀ ਸ਼ਾਨ ਬਚਾਉਣ ਖਾਤਰ ਕਾਨੂੰਨ ਦੀ ਛੰਭ ਵਿੱਚ ਆਓ ਸਾਰੇ। ਖੱਤ ਭੇਜ ਦਿੱਤੇ ਬੁੱਢਾ ਯੋੜ ਅੰਦਰ, ਪੱਤਰ ਭੇਜ ਦਿੱਤੇ ਬੀਕਾਨੇਰ ਅੰਦਰ। ਸਮਾਂ ਕੌਮ ਤੇ ਆਇਆ ਮੁਸੀਬਤਾਂ ਦਾ, ਫਟਾਫਟ ਪਹੁੰਚੋ ਥੋੜੀ ਦੇਰ ਅੰਦਰ। ਪਿਆਸੀਆਂ ਖੂਨ ਦੀ ਲੋੜ ਪੈ ਗਈ, ਨਾਲ ਤੇਗ ਦੇ ਤੇਗ ਖੜਕਾਓ ਸਾਰੇ। ਸਿੰਘੋ ਸਿੱਖੀ ਦੀ ਸ਼ਾਨ ਬਚਾਉਣ ਖਾਤਰ ਕਾਨੂੰਨ ਦੀ ਛੰਭ ਵਿੱਚ ਆਓ ਸਾਰੇ। ਦੂਰ ਦੂਰ ਤੱਕ ਖਾਲਸਾ ਰਹੇ ਜਿੱਥੇ, ਹੁਕਮ ਭੇਜ ਦਿੱਤੇ ਸਿੰਘਾਂ ਸਾਰਿਆਂ ਨੂੰ। ਬਰਸ਼ੇ ਨੇਜੇ ਤਲਵਾਰਾਂ ਪੇ ਸ਼ੂਕਦੇ ਨੇ, ਜੀਪਾਂ ਕੱਢਦੇ ਖਾਣਾ ਹੰਕਾਰੀਆਂ ਨੂੰ। ਮਸਤਾਵਾਰ ਜਵਾਨੀਆਂ ਨਾਮ ਰਹਿੰਦਾ, ਨਾਮ ਰਹਿੰਦਾ। ਮਸਤਾਵਾਰ ਜਵਾਨੀਆਂ ਨਾਮ ਰਹਿੰਦਾ, ਨਾਵਾਂ ਮਰਨ ਲਈ ਆਵੋ ਲਖੋ ਸਾਰੇ। ਸਿੰਘੋ ਸਿੱਖੀ ਦੀ ਸ਼ਾਨ ਬਚਾਉਣ ਖਾਤਰ ਕਾਨੂੰਨ ਦੀ ਛੰਭ ਵਿੱਚ ਆਓ ਸਾਰੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਹ ਬਹਾਦਰ ਵੀਰ ਯੋਧੇ ਰਣ ਤੱਤੇ ਵਿੱਚ ਸਿਰਾਂ ਧਰਾਂ ਦੀ ਬਾਜੀ ਲਾਉਣ ਵਾਸਤੇ ਵਕਤ ਦੇ ਤੂਫਾਨ ਦੇ ਸਾਹਮਣੇ ਛਾਤੀਆਂ ਅਕੜਾ ਕੇ ਖਲੋਣ ਵਾਸਤੇ ਤਿਆਰ ਹੋ। ਯਾਦ ਰੱਖੋ ਖਾਲਸਾ ਜੀ, ਸਿਰ ਝੁਕਾਉਣ ਨਾਲੋਂ ਸਿਰ ਕਟਾਉਣ ਵਾਲਾ ਪੂਜਿਆ ਜਾਂਦਾ ਹੈ। ਕਰਤਾਰ ਸਿੰਘ ਬਲਗਣ ਦੀ ਇੱਕ ਗੱਲ ਬਹੁਤ ਵੱਡਾ ਕੁਝ ਕਹਿ ਜਾਂਦੀ ਹੈ। ਉਹ ਕਹਿੰਦਾ ਅੱਖਾਂ ਸਿੱਖ ਦੀਆਂ ਝੁਕਣ ਲਈ ਨਹੀਂ ਬਣੀਆਂ,
ਇਹ ਬਣੀਆਂ ਸ਼ਹੀਦੀ ਖਮਾਰੀਆਂ ਲਈ, ਦੋਵਾਂ ਕੰਮਾਂ ਲਈ ਸਿੰਘ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ। ਜਾਂ ਤਾਂ ਇਹ ਬਾਗੀ ਹੁੰਦਾ ਹੈ ਜਾਂ ਬਾਦਸ਼ਾਹ ਹੁੰਦਾ ਹੈ। ਮੰਜੀਆਂ ਤੇ ਹੱਡ ਰਗੜ ਰਗੜ ਕੇ ਮਰਨ ਵਾਲਿਆਂ ਦੀ ਕੋਈ ਤਵਾਰੀਖ ਨਹੀਂ ਹੁੰਦੀ, ਲੇਕਿਨ ਰਣ ਤੱਤੇ ਵਿੱਚ ਸਿਰ ਵਾਰਨ ਵਾਲਿਆਂ ਨੂੰ ਲੋਕ ਯੁੱਗਾਂ ਤੱਕ ਯਾਦ ਕਰਦੇ ਨੇ। ਮੌਤ ਕੁਦਰਤੀ ਪ੍ਰਕਿਰਿਆ ਹੈ, ਦੁਨੀਆ ਦਾ ਕੋਈ ਵਿਗਿਆਨੀ, ਕੋਈ ਸਾਇੰਸਦਾਨ ਨਹੀਂ, ਕੋਈ ਡਾਕਟਰ ਇਹਨੂੰ ਰੋਕ ਨਹੀਂ ਸਕਦਾ। ਲੇਕਿਨ ਮੌਤ ਨਾਲ ਕੋਈ ਮਨੋਰਥ ਜੁੜ ਜਾਏ ਫਿਰ ਉਹ ਇਤਿਹਾਸ ਦੇ ਪੰਨਿਆਂ ਤੇ ਉਕਰੀ ਜਾਇਆ ਕਰਦੇ ਹੈ। ਇਹਨਾਂ ਯੋਧਿਆਂ ਦੇ ਦਿਲ ਅੰਦਰ ਇੱਕ ਚੀਜ਼ ਸੀ ਕਿ ਆਉਣ ਵਾਲਾ ਭਵਿੱਖ ਸਾਨੂੰ ਕਮਜ਼ੋਰ ਆਖੇਗਾ ਜੇ ਅੱਜ ਅਸੀਂ ਸਿਰ ਵਾਰ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸ਼ੱਕੀ ਦੀ ਸ਼ਾਨ ਕਾਇਮ ਨਾ ਕੀਤੀ। ਔਰ ਇਹ ਅਕੀਦਾ, ਇਹ ਦ੍ਰਿੜਤਾ ਸਿੱਖਾਂ ਦੇ ਅੰਦਰ ਸੀ। ਔਰ ਦੂਜੀ ਗੱਲ, ਉਸ ਵਕਤ ਭਾਵੇਂ ਮਿਸਲਾਂ ਕਿਤੇ ਕਿਤੇ ਆਪਸ ਵਿੱਚ ਇੱਕ ਦੂਜੇ ਦੇ ਵਿਰੋਧ ਵਿੱਚ ਵੀ ਚਲੀਆਂ ਜਾਂਦੀਆਂ ਸੀ, ਪਰ ਜਦੋਂ ਕੋਈ ਦੁਸ਼ਮਣ ਵੱਡਾ ਉਹਨਾਂ ਤੇ ਹਮਲਾ ਕਰਦਾ ਸੀ, ਉਹ ਸਾਰੇ ਪੁਰਾਣੇ ਮਤਭੇਦ ਭੁਲਾ ਕੇ ਤੇ ਇੱਕ ਮੰਚ ਤੇ ਇਕੱਠੇ ਹੋ ਜਾਂਦੇ ਸੀ ਔਰ ਆਪਣੇ ਸਾਂਝੇ ਦੁਸ਼ਮਣ ਦਾ ਟਾਕਰਾ ਕਰਨ ਵਾਸਤੇ। ਅੱਜ ਸਾਡੀ ਕੌਮ ਅੰਦਰ ਇਹ ਘਾਟ ਮਹਿਸੂਸ ਹੋ ਰਹੀ ਹੈ। ਆਓ ਵਕਤ ਦੀ ਹੋਣੀ ਨੂੰ ਵੇਖ ਕੇ, ਜਿਵੇਂ ਗੁਰੂ ਕੇ ਲਾਲ ਬਾਣੀ ਨੂੰ ਪੜ੍ਹਦੇ ਚੰਡੀ ਦੀ ਵਾਰ ਦਾ ਪਾਠ ਕਰਕੇ ਲਖਪਤ ਰਾਏ ਦੀਆਂ ਫੌਜਾਂ ਦਾ ਜਵਾਬ ਦੇਣ ਵਾਸਤੇ ਰਣ ਤੱਤੇ ਵਿੱਚ ਇਕੱਤਰ ਹੋਏ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਸਿੰਘਾਂ ਸੋਧੀ ਅਰਦਾਸ ਕੀਤੀਆਂ ਤਿਆਰੀਆਂ, ਨਾਮ ਬਾਣੀ ਦੀਆਂ, ਨਾਮ ਬਾਣੀ ਦੀਆਂ ਚੜੀਆਂ ਖਮਾਰੀਆਂ, ਨਾਮ ਬਾਣੀ ਦੀਆਂ। ਉੱਚੀ ਛੱਡਿਆ ਜੈਕਾਰਾ ਸਤਿਕਾਰ ਤਾਰ ਦਾ, ਦਲ ਖਾਲਸੇ ਦਾ, ਦਲ ਖਾਲਸੇ ਦਾ ਜਾਵੇ ਲਲਕਾਰੇ ਮਾਰਦਾ, ਦਲ ਖਾਲਸੇ ਦਾ। ਸਿੰਘਾਂ ਸੋਧੀ ਅਰਦਾਸ ਕੀਤੀਆਂ ਤਿਆਰੀਆਂ, ਨਾਮ ਬਾਣੀ ਦੀਆਂ, ਨਾਮ ਬਾਣੀ ਦੀਆਂ ਹੈ ਸੀ ਚੜੀਆਂ ਖਮਾਰੀਆਂ, ਨਾਮ ਬਾਣੀ ਦੀਆਂ। ਉੱਚੀ ਛੱਡਿਆ ਜੈਕਾਰਾ ਸਤਿਕਾਰ ਤਾਰ ਦਾ, ਦਲ ਖਾਲਸੇ ਦਾ, ਦਲ ਖਾਲਸੇ ਦਾ ਜਾਵੇ ਲਲਕਾਰੇ ਮਾਰਦਾ, ਦਲ ਖਾਲਸੇ ਦਾ। ਸੋਭਾ ਚੱਕਰ ਦਮਲਿਆਂ ਦੇ ਉੱਤੇ ਪਾਉਂਦੇ ਸੀ, ਘੋੜੇ ਸੁੰਬ ਮਾਰ, ਘੋੜੇ ਸੁੰਬ ਮਾਰ ਧਰਤੀ ਹਿਲਾਉਂਦੇ ਸੀ, ਘੋੜੇ ਸੁੰਬ ਮਾਰ। ਕੰਮ ਚੱਲੇ ਸੀ ਮਕਾਉਣ ਕਿਸੇ ਗਮ ਖਾਰ ਦਾ, ਦਲ ਖਾਲਸੇ ਦਾ, ਦਲ ਖਾਲਸੇ ਦਾ ਜਾਵੇ ਲਲਕਾਰੇ ਮਾਰਦਾ, ਦਲ ਖਾਲਸੇ ਦਾ। ਵਾਂਗ ਲਾੜਿਆਂ ਦੇ ਸਿੰਘ ਸੂਰਮੇ ਸਹਾਉਂਦੇ ਸੀ, ਜੰਗ ਕਰਨੀ, ਜੰਗ ਕਰਨੀ, ਧਰਮ ਦੀ ਤਾਂ ਬਾਣੀ ਗਾਉਂਦੇ ਸੀ, ਜੰਗ ਕਰਨੀ। ਨਾਚ ਪਲ ਵਿੱਚ ਹੋਣਾ ਜਾਪੇ ਤਲਵਾਰ ਦਾ, ਦਲ
ਹੱਥ ਲਈਆਂ। ਤੇਗਾ ਛਕਿਆ ਸਿੰਘਾਂ ਜੋ ਤੱਪੇ ਸੀਨੇ ਠਾਰਦਾ, ਦਲ ਖਾਲਸੇ ਦਾ, ਦਲ ਖਾਲਸੇ ਦਾ ਜਾਵੇ ਲਲਕਾਰੇ ਮਾਰਦਾ, ਦਲ ਖਾਲਸੇ ਦਾ। ਪੂਰੇ ਮਸਤਾ ਜਰਨੈਲ ਨਿਲਮਲ ਸਲੱਖਣੇ, ਸਿੰਘ ਛੱਡੀ ਜਾਂਦੇ, ਸਿੰਘ ਛੱਡੀ ਜਾਂਦੇ, ਘੋੜੇ ਜੋ ਧਰਮ ਰੱਖਣੇ, ਸਿੰਘ ਛੱਡੀ ਜਾਂਦੇ। ਉਸ ਖੱਟਣਾ ਜਿਨ੍ਹਾਂ ਨੇ ਸਾਰੇ ਸੰਸਾਰ ਦਾ, ਜਸ ਖੱਟਣਾ ਜਿਨ੍ਹਾਂ ਨੇ ਸਾਰੇ ਸੰਸਾਰ ਦਾ, ਦਲ ਖਾਲਸੇ ਦਾ, ਦਲ ਖਾਲਸੇ ਦਾ ਜਾਵੇ ਲਲਕਾਰੇ ਮਾਰਦਾ, ਦਲ ਖਾਲਸੇ ਦਾ। ਸਿੰਘ ਜੰਗਲ ਦੇ ਬਈ ਭੇਤੀ ਸਨ। ਨਿਤ ਜੰਗਲ ਵਿੱਚ ਰਹਿਣਾ, ਜਿਵੇਂ ਸਿਆਣੇ ਕਹਿੰਦੇ ਲੰਮੀ ਉਮਰ ਦੇ ਕੈਦੀਆਂ ਵਾਸਤੇ ਹੱਥਕੜੀਆਂ ਵੀ ਗਹਿਣੇ ਬਣ ਜਾਂਦੇ ਆ। ਔਰ ਉਹਨਾਂ ਜੰਗਲਾਂ ਨੂੰ ਹੀ ਕਿਲੇ ਦਾ ਰੂਪ ਦਿੱਤਾ ਹੋਇਆ ਸੀ। ਦੁਸ਼ਮਣ ਨੂੰ ਜਿਵੇਂ ਉਹਨਾਂ ਭਜਾ ਭਜਾ ਕੇ ਜੰਗਲ ਵਿੱਚ ਰੋਲ ਕੇ ਪਹਿਲੀ ਹੱਲੇ ਨੁਕਸਾਨ ਕੀਤਾ। ਸਮਾਂ ਨਹੀਂ ਕੇਵਲ ਕਵਿਤਾ ਦਾ ਸਮਾਂ ਇੱਕ ਝੋਕ ਛੰਦ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ। ਭੁੱਖਾਂ ਤੇ ਦੁੱਖ ਖਾਲਸੇ ਬਹੁਤ ਸਹਾਰੇ ਸੀ, ਹੋ ਗਏ ਸੀ ਕਈ ਮਹੀਨੇ ਹਿੰਮਤ ਨਾ ਹਾਰੇ ਸੀ, ਕਰ ਕਰਕੇ ਹੱਲੇ ਜੋਦੇ ਪੈਰੀ ਝਟਕਾਰੇ ਸੀ, ਆਖਰੀ ਦਮ ਤੱਕ ਜੋਦੇ ਮਾਰਦੇ ਮਰਦੇ ਰਹੇ, ਜ਼ੁਲਮਾਂ ਦੇ ਬੱਦਲ ਬੋਦੇ ਸਿੰਘਾਂ ਤੇ ਵਰਦੇ ਰਹੇ, ਚੱਲਦੇ ਰਹੇ ਸਿੰਘ ਤਸੀਹੇ। ਮਸਤ ਲੰਗਰ ਤੇ ਭੁੱਖੇ ਤੇ ਆਏ ਸੀ, ਜਲਦੇ ਰੇ ਕਈ ਤਸੀਹੇ, ਸਿੰਘ ਨਾ ਘਬਰਾਏ ਸੀ, ਫੌਜਾਂ ਨੇ ਕਈ ਮੋਰਚੇ ਸ਼ੰਭਾਂ ਵਿੱਚ ਲਾਏ ਸੀ, ਬੋਲ ਕੇ ਹੱਲੇ ਜੋਦੇ ਰਾਸ਼ਨ ਲੁੱਟ ਲੈਂਦੇ ਰੇ, ਜੋਦੇ ਗੁਲ ਕਲਗੀ ਧਰਦੇ ਹੱਸ ਕੇ ਦੁੱਖ ਸਹਿੰਦੇ ਰੇ, ਜੋਦੇ ਗੁਰ ਕਲਗੀ ਧਰਦੇ। ਚਾਰਜ ਬੇਰਿਓ ਪਾਏ ਸਨ ਘੇਰੇ ਜੀ, ਬੱਚੀਆਂ ਸਨ ਫੌਜਾਂ ਸ਼ਬਦੇ ਚਾਰਜ ਬੇਰੇ ਜੀ, ਕਲਗੀ ਧਰਦਿਆਂ ਪੁੱਤਰਾਂ ਦੇ ਸੀ ਸ਼ਬਦੇ ਵਿੱਚ ਡੇਰੇ ਜੀ, ਦੁਸ਼ਮਣ ਦੀਆਂ ਫੌਜਾਂ ਕੋਲੋਂ ਸਿੰਘ ਨਾ ਸੀ ਡਰਦੇ ਰਹੇ, ਜ਼ੁਲਮਾਂ ਦੇ ਬੱਦਲ ਬਹੁਤੇ ਸਿੰਘਾਂ ਸਿਰ ਵਰਦੇ ਰਹੇ, ਚੱਲਦੇ ਰਹੇ ਸਿੰਘ ਤਸੀਹੇ। ਆਦੇ ਹੱਲਿਆਂ ਕੋਲੋਂ ਫੌਜਾਂ ਪਰੇਸ਼ਾਨ ਸੀ, ਹੱਲਾ ਕਰ ਲੁੱਟ ਲੈ ਜਾਂਦੇ ਬਣ ਕੇ ਤੂਫਾਨ ਸੀ, ਦੁਸ਼ਮਣ ਦਾ ਸਿੰਘਾਂ ਕੀਤਾ ਕਾਫੀ ਨੁਕਸਾਨ ਸੀ, ਸਿੰਘ ਦਾ ਨਾ ਸੁਣਦੇ ਵੈਰੀ ਉੱਠ ਉੱਠ ਕੇ ਬੈਂਦੇ ਰੇ, ਜੋਦੇ ਗੁਰ ਕਲਗੀ ਧਰਦੇ ਹੱਸ ਕੇ ਦੁੱਖ ਸਹਿੰਦੇ ਰੇ, ਜੋਦੇ ਗੁਰ ਕਲਗੀ ਧਰਦੇ। ਫੌਜੀ ਉੱਠ ਕੇ ਜਾ ਸਕਦੇ ਨਹੀਂ, ਸਤਿਗੁਰ ਦੇ ਸਿੰਘ ਸੂਰਮੇ ਹੱਲੇ ਕਰ ਸਕਦੇ ਨਹੀਂ, ਖੜਕੇ ਨਿਤ ਤੇਗ ਤੇਗ ਤੇ ਸੂਰਮੇ ਚੱਕਦੇ ਨਹੀਂ, ਆਈ ਸਿਰ ਮੌਤ ਸੂਰਮੇ ਹੱਸ ਹੱਸ ਕੇ ਵਰਦੇ ਰਹੇ, ਜ਼ੁਲਮਾਂ ਦੇ ਬੱਦਲ ਬੋਤੇ ਸਿੰਘਾਂ ਸਿਰ ਵਰਦੇ ਰਹੇ, ਚੱਲਦੇ ਰਹੇ ਸਿੰਘ ਤਸੀਹੇ। ਨਾ ਮਹੀਨਾ ਪਰੋਂ ਪੈਂਦੀ ਬਰਸਾਤ ਸੀ, ਉੱਡਦਾ ਨਾ ਡੇਰਾ ਬਾਹਰੋਂ ਲੱਖੂ ਆਫਾਤ ਸੀ, ਮਿਲਦਾ ਨਾ ਚੈਨ ਸਿੰਘਾਂ ਨੂੰ ਦਿਨੇ ਨਾ ਰਾਤ ਸੀ, ਖਾਲਸੇ ਨਿਤੀ ਨਵੀਆਂ ਪਰਖਾਂ ਵਿੱਚ ਪੈਂਦੇ ਰਹੇ, ਜੋਦੇ ਗੁਰ ਕਲਗੀ ਧਰਦੇ ਹੱਸ ਕੇ ਦੁੱਖ ਸਹਿੰਦੇ ਰਹੇ, ਜੋਦੇ ਗੁਰ ਕਲਗੀ ਧਰਦੇ। ਸਿੰਘਾਂ ਦੇ ਨਾ ਤਨ ਤੇ ਕੱਪੜਾ ਰਜ ਕੇ ਨਾ ਖਾਣੇ ਨੂੰ, ਪੜਦੇ ਸਨ ਬਾਣੀ ਮਿੱਠਾ ਮੰਨਦੇ ਸਨ ਬਾਣੇ ਨੂੰ, ਨਾ ਆਈ ਨਹੀਂ ਲਾਜ ਜੋਦੀਆਂ, ਲਾਈ ਨਹੀਂ ਲਾਜ ਜੋਦੀਆਂ, ਸਤਿਗੁਰ ਦੇ ਬਾਣੇ ਨੂੰ, ਸਤਿਗੁਰ ਦੇ ਬਾਣੇ ਦੁਖੜੇ ਹੱਸ ਹੱਸ ਕੇ ਜਲਦੇ ਰਹੇ, ਜ਼ੁਲਮਾਂ ਦੇ ਬੱਦਲ ਬੋਤੇ ਸਿੰਘਾਂ ਸਿਰ ਵਰਦੇ ਰਹੇ, ਚੱਲਦੇ ਰਹੇ ਸਿੰਘ ਤਸੀਹੇ। ਕੀ ਕਰ ਫੌਜ ਚ ਫੇਰਿਓ ਲੱਖੂ ਕਲਾਈ ਸੀ, ਤੋਪਾਂ ਦੀ ਵਿੱਚ ਜੰਗਲ ਦੇ ਰੇਜ ਬਣਵਾਈ ਸੀ, ਜੰਗਲਾਂ ਨੂੰ ਚਾਰ ਚ ਫੇਰਿਓ ਲੱਖੂ ਅਗਲਾਈ ਸੀ, ਮਸਤਾ ਸਿੰਘ ਸਤਿਗੁਰ ਜੀ ਦੇ ਭਾਣੇ ਵਿੱਚ ਰਹਿੰਦੇ ਰਹੇ, ਜੋਦੇ ਗੁਰ ਕਲਗੀ ਧਰਦੇ ਹੱਸ ਕੇ ਦੁੱਖ ਸਹਿੰਦੇ ਰਹੇ, ਜੋਦੇ ਗੁਰ ਕਲਗੀ ਧਰਦੇ। ਇਹ ਬਈ ਕਰੋ ਜਾਂ ਮਰੋ ਦੀ ਲੜਾਈ ਸੀ। ਔਰ ਬੜੇ ਬਹਾਦਰੀ ਨਾਲ ਗੁਰੂ ਕੇ ਲਾਲਾ ਨੇ ਆਪਣੇ ਆਪ ਨੂੰ ਬਚਾਇਆ। ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ। ਇਹਨੂੰ ਆਪਾਂ ਪਹਿਲਾ ਘੱਲੂਘਾਰਾ ਕਹਿੰਦੇ ਹਾਂ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, 1-2 ਮਿੰਟ ਅੱਗੇ ਉੱਪਰ ਚਲਾ ਗਿਆ।
ਔਰ ਬਾਕੀ ਦਾ ਰਹਿੰਦਾ ਹਿੱਸਾ ਆਪ ਜੀ ਨਾਲ ਜ਼ਰੂਰ ਸਾਂਝਾ ਕਰਾਂਗੇ। ਸਾਰੀ ਗੁਰੂ ਕੀ ਸੰਗਤ ਦਾ ਧੰਨਵਾਦ, ਮੈਨੇਜਮੈਂਟ ਕਮੇਟੀ ਦਾ ਧੰਨਵਾਦ। ਜਿਵੇਂ ਵੀਰ ਗੁਰਚਰਨ ਸਿੰਘ ਜੀ ਦੱਸ ਰਹੇ ਸਨ, ਜਿੱਥੇ ਲੰਗਰ ਪ੍ਰਸ਼ਾਦ ਗੁਰਦੁਆਰਾ ਕਮੇਟੀ ਵੱਲੋਂ, ਗੁਰੂ ਕੀ ਸੰਗਤ ਵੱਲੋਂ, ਉੱਥੇ ਨਾਲ ਨਾਲ ਗੁਰੂ ਕੀ ਬਾਣੀ ਇਤਿਹਾਸ ਦਾ ਪ੍ਰਚਾਰ ਚੈਨਲ ਪੰਜਾਬੀ ਦੇ ਮਾਧਿਅਮ ਰਾਹੀਂ ਕੀਤਾ ਜਾ ਰਿਹਾ ਹੈ। ਔਰ ਬਹੁਤ ਹੀ ਦਾਨਸ਼ਵਰ ਸਾਰੇ ਸੱਜਣ ਸਾਨੂੰ ਹੰਗਾਰੇ ਦਿੰਦੇ ਨੇ। ਇੱਕ ਮਾਤਾ ਜੀ ਸਾਡੇ ਜ਼ਿਲ੍ਹੇ ਤੋਂ ਵਿਸ਼ੇਸ਼ ਤੌਰ ਤੇ ਉਹ ਕਹਿੰਦੇ ਅਸੀਂ ਤੁਹਾਨੂੰ ਪਹਿਲਾਂ ਵੀ ਲਾਈਵ ਸੁਣਦੇ ਰਹੇ, ਇੱਥੇ ਵੀ ਸਰਵਣ ਕੀਤਾ। ਅਸੀਂ ਮਾਤਾ ਜੀ ਦੇ ਧੰਨਵਾਦੀ ਹਾਂ। ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਚੂੜ ਸਿੰਘ ਜੀ, ਉਹਨਾਂ ਨੇ ਸਿੱਖ ਇਤਿਹਾਸ ਨੂੰ ਨਮਸਕਾਰ ਕਰਦੇ ਆਪਣੇ ਬੱਚਿਆਂ ਦਾ ਹੌਸਲਾ ਵਧਾਇਆ ਹੈ। ਔਰ ਇਹ ਚੀਜ਼ਾਂ ਸਾਡੇ ਵਾਸਤੇ ਇੱਕ ਊਰਜਾ ਦਾ ਕੰਮ ਕਰਦੀਆਂ ਨੇ, ਸਾਨੂੰ ਕੰਮ ਕਰਨ ਵਾਸਤੇ ਪ੍ਰੇਰਦੀਆਂ ਨੇ। ਆਓ ਅਗਲਾ ਜਿਹੜਾ ਪ੍ਰੋਗਰਾਮ ਹੈ ਗਿਆਨੀ ਗੁਰਚਰਨ ਸਿੰਘ ਜੀ ਤੋਂ ਸਰਵਣ ਕਰੋ। ਆਪਣੇ ਸਮੇਂ ਵਿੱਚ ਹੋਈਆਂ ਭੁੱਲਾਂ ਦੀ ਖਿਮਾ। ਔਰ ਭਾਈ ਜੋਗਾ ਸਿੰਘ ਭਾਗੋਵਾਲੀ ਆਪ ਸਭਨਾਂ ਦਾ ਸਤਿਕਾਰ ਕਰਦਾ ਹੋਇਆ ਸਭਨਾਂ ਤੋਂ ਖਿਮਾ ਮੰਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।